हाँ जी, सत श्री अकाल बच्चों साਰਿਆਂ ਨੂੰ। ਸੋ ਬਹੁਤ ਹੀ ਇੰਪੋਰਟੈਂਟ ਸੀਰੀਜ਼ ਬੱਚੋ ਆਪਾਂ ਤੁਹਾਡੇ ਲਈ ਸਟਾਰਟ ਕੀਤੀ ਹੋਈ ਹੈ ਸੁਪਰ ਡੁਪਰ, ਜਿਹਦੀ ਫਿਰ ਅੱਜ ਕਲਾਸ ਨੰਬਰ 19 ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਕਲਾਸ ਨੰਬਰ 18 ਦੇ ਵਿੱਚ ਬੱਚੋ ਆਪਾਂ ਡਿਸਕਸ ਕੀਤਾ ਸੀਗਾ ਪੋਲਿਟੀ ਨੂੰ, ਤੇ ਕਲਾਸ ਨੰਬਰ 19 ਦੇ ਵਿੱਚ ਵੀ ਆਪਾਂ ਡਿਸਕਸ ਕਰਾਂਗੇ ਪੋਲਿਟੀ ਨੂੰ। ਬਹੁਤ ਹੀ ਜਲਦ ਪੋਲਿਟੀ ਆਪਾਂ ਸਾਰੀ ਆਪਦੀ ਮੁੱਠੀ ਦੇ ਵਿੱਚ ਕਰ ਲਵਾਂਗੇ। ਬਾਕੀ ਤੁਹਾਨੂੰ ਪਤਾ ਹੀ ਹੈ ਜੋ ਆਪਣੇ ਬੈਚਸ ਆਨਲਾਈਨ ਚੱਲ ਰਹੇ ਨੇ ਜਾਂ ਆਪਣੀ ਐਪ ਤੇ ਰਿਕਾਰਡਡ ਕੰਟੈਂਟ ਚੱਲ ਰਿਹਾ ਨੇ, ਮੈਂ ਇਹਨਾਂ ਮੰਨ ਕੇ ਚੱਲਦਾ ਵੀ ਤੁਸੀਂ ਸਾਈਡ ਬਾय ਸਾਈਡ ਪ੍ਰੋਪਰ ਤਰੀਕੇ ਨਾਲ ਸਾਰੀ ਪੋਲਿਟੀ ਵਨਸ ਇਨ ਇੱਕ ਟਾਈਮ ਜਿਵੇਂ ਕਹਿੰਦੇ ਨੇ ਵੀ ਕਵਰ ਕਰ ਰਹੇ ਹੋਣਗੇ, ਬਿਕੋਜ਼ ਇੱਕ ਵਾਰੀ ਥੋਰੋਲੀ ਆਪਾਂ ਨੂੰ ਕਵਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਇਹ ਜੇ ਐਮਸੀਕਿਊ ਤੁਹਾਡੇ ਵਾਸਤੇ ਜਮੀ ਬੋਰਿੰਗ ਬਣ ਜਾਣਗੇ, ਤੁਹਾਨੂੰ ਐ ਲੱਗੂ ਵੀ ਯਾਰ ਅਗਲਾ ਸਵਾਲ ਕਰ ਯਾਰ ਕਿਉਂ ਟਾਈਮ ਗਾਲਿਆ। ਥੋੜੀ ਇਹੋ ਜਿਹੀ ਥਿਊਰੀ ਬਣ ਜਾਣੀ ਹੈ ਜਿੰਨਾ ਟਾਈਮ ਤੁਸੀਂ ਪ੍ਰੋਪਰ ਤਰੀਕੇ ਨਾਲ ਸਾਰਾ ਥੋਰੋਲੀ ਕਵਰ ਨਹੀਂ ਕਰੋਗੇ, ਠੀਕ ਹੈ ਨਾ। ਤਾਂ ਹੀ ਫਿਰ ਮੈਂ ਪਹਿਲਾਂ ਜ਼ਿਆਦਾ ਫੋਕਸ ਪੋਲਿਟੀ ਤੇ ਦੇ ਰਿਹਾ, ਬਿਕੋਜ਼ ਪੰਜਾਬ ਪੁਲਿਸ ਦੇ ਵਿੱਚ ਸਭ ਤੋਂ ਜ਼ਿਆਦਾ ਵੇਟੇਜ ਆਫਟਰ ਆਲ ਪੋਲਿਟੀ ਦੀ ਹੈ, ਚਾਹੇ ਕਾਂਸਟੇਬਲ ਹੈ ਚਾਹੇ ਸਬ ਇੰਸਪੈਕਟਰ ਹੈ ਜਾਂ ਅੱਗੇ ਹੋਰ ਵੀ ਆਪਣਾ ਪੀਪੀਐਸਸੀ ਲੈਵਲ ਦੇ ਆਪਾਂ ਐਗਜ਼ਾਮ ਦੇਖੀਏ ਤਾਂ 10 ਤੋਂ 12 ਤੋਂ 15 ਕੁਐਸਚਨ ਕੱਲੇ ਪੋਲਿਟੀ ਦੇਖਣ ਨੂੰ ਮਿਲਦੇ ਆ, ਠੀਕ ਹੈ। ਸੋ ਵਧੀਆ ਰਿਜ਼ਲਟ ਓਰੀਐਂਟਡ ਸੀਰੀਜ਼ ਦਾ ਕੋਈ ਟਾਈਮ ਪਾਸ ਵਾਲਾ ਕੰਮ ਨਹੀਂ ਬੱਚੋ, ਸਿੰਪਲ ਜਿਹਾ ਕੰਮ ਹੈ ਵੀ ਆਪਾਂ ਕੁਆਲਿਟੀ ਕੰਟੈਂਟ ਤੁਹਾਨੂੰ ਬਸ ਆਪਾਂ ਡਿਲੀਵਰ ਕਰੀਏ, ਜਿਆਦਾ ਆਪਾਂ ਟਾਈਮ ਵੇਸਟ ਨਾ ਕਰੀਏ। ਚੱਲ ਮੇਰਾ ਭਾਈ ਐਡੀ ਗੱਲ ਹੈ। ਤੇ ਆ ਆਪਣਾ ਬੱਚੋ ਰਿਕਾਰਡਡ ਬੈਚ ਹੈ ਜਿਹਦੀ ਮੈਂ ਗੱਲ ਕਰ ਰਿਹਾ, ਇਸ ਨੂੰ ਪਤਾ ਹੀ ਸਾਰਾ ਕੰਪਲੀਟ ਕੋਰਸ ਆਪਣਾ 999 ਦਾ। ਪਹਿਲਾਂ ਤਾਂ 1500 ਦਾ ਸੀ, 2000 ਦਾ ਸੀ, ਬਟ ਅੱਜ ਬੱਚੇ ਆਪਣਾ ਸਾਰਾ ਕੰਪਲੀਟ ਕੋਰਸ ਜਸਟ 999 ਦਾ। ਇਹੀ ਮੈਂ ਤੁਹਾਨੂੰ ਪਿੱਛੇ ਕਹਿ ਕੇ ਆਇਆ ਵੀ ਇੱਕ ਵਾਰ ਥੋਰੋਲੀ ਤੁਹਾਨੂੰ ਸਬਜੈਕਟ ਕਵਰ ਕਰਨਾ ਬਹੁਤ ਜ਼ਰੂਰੀ ਹੈ। ਕਦੇ ਵੀ ਮਤਲਬ ਆਏ ਨਹੀਂ ਵੀ ਐਮਸੀਕਿਊ ਦਾ ਕੀ ਹੈ, ਇਹ ਤਾਂ ਕੋਈ ਅੰਤ ਹੀ ਨਹੀਂਗਾ। ਜਦੋਂ ਦਾ ਆਪਾਂ YouTube ਪਲੇਟਫਾਰਮ ਆਪਾਂ ਯੂਜ਼ ਕਰਨ ਲੱਗੇ ਹੋਵੋਗੇ, ਮੈਨੂੰ ਪਤਾ ਤੁਸੀਂ ਇਕੱਲਾ ਇਸ ਚੈਨਲ ਨੂੰ ਫੋਲੋ ਥੋੜੀ ਕਰ ਰਹੇ ਹੋ, ਤੁਸੀਂ XYZ ਸਾਰੇ ਚੈਨਲ ਫੋਲੋ ਕਰਦੇ ਹੋਵੋਗੇ। ਤੇ ਐਂ ਤਾਂ ਫਿਰ ਸਮਾਨ ਤੁਹਾਡਾ ਪੇਪਰ ਤਾਂ ਤੁਸੀਂ ਮੈਂ ਕਹਿੰਦਾ ਤਿਆਰੀ 20 ਸਾਲ ਕਰੀ ਚੱਲੋ, ਸਮਾਨ ਤਾਂ ਮੁੱਕਣਾ ਹੀ ਨਹੀਂ। तो ਇਹਦਾ मतलब ਕੀ ਹੈ, ਇਹ ਤਾਂ ਕੁਆਂਟੀਟੀ ਦੇ ਕੰਮ ਚੱਲਦਾ YouTube ਤੇ। ਤਾਂ ਕੁਆਂਟੀਟੀ ਦਾ ਤਾਂ ਕੋਈ ਮਤਲਬ ਮੁਕਾਬਲੇ ਨਹੀਂ ਕਰ ਸਕਦੇ ਆਪਾਂ। तो ਜਿੰਨੇ ਬੰਦੇ ਉਨੇ ਸਵਾਲ, ਕਿੰਨੇ ਕਵਰ ਕਰੋਗੇ ਤੁਸੀਂ। ਇੱਕ ਵਾਰ ਥੋਰੋਲੀ ਸਬਜੈਕਟ ਨੂੰ ਕਵਰ ਕਰੋ, ਕਿਸੇ ਵੀ ਕੋਰਸ ਤੋਂ ਕਰੋ। ਹਾਂ ਆਪਣੇ ਤੇ ਕਰਨਾ ਹੈ ਤਾਂ ਆਪਣਾ ਇਹ ਨੰਬਰ 1 ਬੈਚ ਆਫ ਪੰਜਾਬ ਹੈ। ਇਹ ਤੁਹਾਨੂੰ ਫੀਲਿੰਗ ਆਈ ਜਾਣੀ ਹੈ ਵੀ ਹਾਂ ਤੁਸੀਂ ਵਾਕਈ ਤੇਰੇ ਨੰਬਰ 1 ਕਰ ਰਹੇ ਹੋ, ਕਿਉਂਕਿ ਸਾਰੇ ਸਬਜੈਕਟ ਆਪਣੇ ਥੋਰੋਲੀ ਕਵਰ ਹੋਣਗੇ। ਹਾਂ ਬਾਕੀ ਇਹ ਰਿਕਾਰਡਡ ਬੈਚ ਹੈ, ਸੇਮ ਆਪਣੇ ਕੋਲੇ ਲਾਈਵ ਕੋਰਸ ਵੀ ਹੈਗਾ। ਲਾਈਵ ਕੋਰਸ ਦੇ ਡੈਮੋ ਆਪਣੇ ਆਲਰੇਡੀ ਇਸੇ ਚੈਨਲ ਤੇ ਮਾਰਨਿੰਗ ਚੱਲਦੇ ਆ 10 ਵਜੇ ਤੋਂ ਲੈ ਕੇ 2 ਵਜੇ ਵਿਚਕਾਰ। ਉਹ ਤੁਸੀਂ ਕਲਾਸਾਂ ਆਉਂਦੀਆਂ ਉੱਥੇ ਇੱਕ ਵਾਰ ਦੇਖ ਸਕਦੇ ਹੋ। ਉੱਥੇ ਸਟਾਰਟ ਪਹਿਲਾਂ ਆਪਾਂ ਪੋਲਿਟੀ ਕੀਤੀ ਹੋਈ ਹੈ, 5 ਕਲਾਸਾਂ ਲਗਭਗ ਪੋਲਿਟੀ ਦੀਆਂ ਹੋ ਚੁੱਕੀਆਂ ਨੇ। ਬਾਕੀ ਸਾਰਾ ਤੁਸੀਂ ਜੇ ਕੰਪਲੀਟ ਕੋਰਸ, ਮੈਂ ਫਿਰ ਕਹਿ ਰਿਹਾ ਵਾਂਸ ਇਨ ਅ ਲਾਈਫ ਟਾਈਮ ਜੇ ਫੋਲੋ ਕਰਨਾ ਹੈ, ਉਹਦੇ ਲਈ ਬਸ ਤੁਸੀਂ ਆਪਣੀ ਆ ਐਪ ਡਾਊਨਲੋਡ ਕਰ ਲਓ। ਇਸ ਐਪ ਤੇ ਜਾਂ ਆਪਣੇ ਇਸ ਚੈਨਲ ਤੇ ਹਮੇਸ਼ਾ ਕੰਮ ਕੀਤਾ ਜਾਂਦਾ ਬੱਚੋ ਕੁਆਲਿਟੀ ਤੇ। ਅਸੀਂ ਕੁਆਂਟੀਟੀ ਵੱਲ ਕਦੇ ਧਿਆਨ ਨਹੀਂ ਦਿੱਤਾ ਕਿ ਪਾਗਲ ਵਾਂਗੂ 25 ਦੀ ਸਵਾਲ ਆਊਗੀ ਬਸ ਇਹਦਾ ਜਵਾਬ ਇਹ ਹੈ ਉਹ ਜਵਾਬ ਇਹ ਹੈ। ਐਂ ਤਾਂ ਕੰਮ ਸਾਰੀ ਉਮਰ ਨਹੀਂ ਨਿਬੜਦਾ ਹੁੰਦਾ। ਐਂ ਤਾਂ ਮੈਨੂੰ ਪੜ੍ਹਦੇ ਨੂੰ 10 ਸਾਲ ਹੋ ਗਏ, ਮੈਂ ਕਹਿੰਦਾ ਸਵਾਲਾਂ ਟੋਕਰਾ ਭਰਿਆ ਪਿਆ, ਕਿੰਨੇ ਕੁ ਆਪਾਂ ਕਰ ਲਾਂਗੇ। ਇੱਕ ਉਦਾਹਰਨ ਹੈ, ਜਦੋਂ ਤੁਸੀਂ ਇੱਕ ਵਾਰੀ ਕੁਆਲਿਟੀ ਵੱਲ ਧਿਆਨ ਦੋਗੇ ਫਿਰ ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਮਰਜ਼ੀ ਸਵਾਲ ਆ ਜੇ ਤੁਸੀਂ ਈਜ਼ੀਲੀ ਟੈਕਲ ਕਰ ਲਓਗੇ। तो क्वालिटी एजुकेशन वाल भजो रैदर देन क्वांटिटी एजुकेशन वाल, ठीक है। ये बहुत ज्यादा जरूरी है। किसी भी कोर्स रिगार्डिंग बच्चों कोई भी इन्फॉर्मेशन लेनी है तो तुसी इस नंबर पे कॉल कर सकते हो 884757 1836। चलो जी ਹੁਣ ਸ਼ੁਰੂ ਕਰਨ ਜਾ ਰਹੇ ਹਾਂ। ਇਹ ਆਪਣੇ ਬੱਚੋ ਐਪ ਦਾ ਨਾਮ ਹੈ, ਇਹ ਤੁਸੀਂ ਪਲੇ ਸਟੋਰ ਤੇ ਜਾ ਕੇ ਸਰਚ ਕਰ ਸਕਦੇ ਹੋ, ਰੁਪਿੰਦਰ ਸਿੱਧੂ ਅਕੈਡਮੀ, ਠੀਕ ਹੈ ਨਾ। ਚਲੋ ਫਿਰ ਪੋਲਿਟੀ ਦੀ ਅੱਜ ਆਪਾਂ ਕਹਾਣੀ ਕਰਦੇ ਹਾਂ ਸਟਾਰਟ। ਲਾਸਟ ਕਲਾਸ ਆਪਾਂ ਸਟਾਰਟ ਕੀਤੀ ਸੀ ਤੇ ਮੇਰੇ ਹਿਸਾਬ ਨਾਲ ਤੁਸੀਂ ਉਹ ਸੈਸ਼ਨ ਲਾ ਕੇ ਆਏ ਹੋਵੋਗੇ। ਅੱਜ ਕਲਾਸ ਨੰਬਰ 19ਵੀਂ ਹੈ। 18 ਦੀਆਂ 18 ਤੁਹਾਡੇ ਕੋਲੇ ਕਾਪੀ ਤੇ ਨੋਟ ਹੋਣੀਆਂ ਚਾਹੀਦੀਆਂ ਜੇ ਤੁਸੀਂ ਪੇਪਰ ਕ੍ਰੈਕ ਕਰਨਾ। ਤੇ ਇਹਨਾਂ ਸੈਸ਼ਨਸ ਦੀ ਫੀਸ ਉਹ ਤੁਹਾਨੂੰ ਪਤਾ ਹੀ ਹੈ। ਸੈਸ਼ਨ ਨੂੰ ਬੱਚੋ ਲਾਈਕ ਕਰੋ ਵੱਧ ਤੋਂ ਵੱਧ। ਸਭ ਤੋਂ ਵੱਡੀ ਗੱਲ ਕੀ ਹੈ, ਆਪਦਾ ਕਮੈਂਟ ਜ਼ਰੂਰ ਦਿਆ ਕਰੋ ਯਾਰ। ਉਹ ਕਮੈਂਟ ਇੱਕ ਹਿਸਾਬ ਨਾਲ ਹੌਸਲਾ ਅਫਜ਼ਾਈ ਜੀ ਵਾਲਾ ਕੰਮ ਕਰਦਾ ਹੁੰਦਾ ਵੀ ਐਂ ਲੱਗਦਾ ਵੀ ਜਿਵੇਂ ਬਹੁਤ ਬੱਚੇ ਕਹਿੰਦੇ ਵੀ ਸੈਸ਼ਨ ਡੇਲੀ ਕਿਉਂ ਨਹੀਂ ਪਾਉਂਦੇ। ਜਦੋਂ ਡੇਲੀ ਮੈਂ ਕਿਉਂ ਪਾਵਾਂ ਜਦੋਂ ਕਮੈਂਟ ਹੀ ਨਹੀਂ ਹੁੰਦਾ। ਸਾਰੇ ਬੱਚੇ ਜਿੰਨਾ ਟਾਈਮ ਕਮੈਂਟ ਨਹੀਂ ਕਰਿਆ ਕਰਨਗੇ ਆਪਾਂ ਸੈਸ਼ਨ ਵੀ ਆਪਾਂ ਤਾਂ ਫਿਰ ਗੈਪ ਨਹੀਂ ਪਾਇਆ ਕਰਾਂਗੇ, ਕਦੇ ਛੱਡ ਕੇ ਪਾਇਆ ਕਰੂੰ, ਕਰ ਲਓ ਕੀ ਕਰਨਾ। ਚਲੋ ਫਿਰ ਕਹਿੰਦੇ ਅਕੋਰਡਿੰਗ ਟੂ ਦਾ ਸਿਟੀਜ਼ਨਸ਼ਿਪ ਐਕਟ 1955। ਪਹਿਲੀ ਗੱਲ ਤਾਂ ਤੁਹਾਨੂੰ ਪੇਪਰ ਵਾਲਾ ਸਵਾਲ ਇੱਥੇ ਇਹੀ ਬਣਾ ਸਕਦਾ ਹੈ ਵੀ ਆਪਣਾ ਨਾਗਰਿਕਤਾ ਐਕਟ ਕਦੋਂ ਪਾਸ ਹੋਇਆ, ਤਾਂ ਆਪਾਂ ਟਿਕ ਲਾਵਾਂਗੇ 55 ਦੇ ਵਿੱਚ। ਜਿਵੇਂ ਫॉर एग्जांपल ਆਪਾਂ ਕੱਲ ਪਰਸੋਂ ਪੜ੍ਹ ਕੇ ਹਟੇ ਆ ਸਟੇਟ ਰੀਆਰਗੇਨਾਈਜੇਸ਼ਨ ਐਕਟ, ਉਹ ਕਦੋਂ ਪਾਸ ਹੋਇਆ 56 ਦੇ ਵਿੱਚ। ਇਹ ਐਕਟ ਆ ਸਿੱਧਾ ਸਾਲ ਪੁੱਛੇ ਜਾ ਸਕਦੇ ਆ। ਕਹਿੰਦੇ ਆਪਣੇ ਮੁਲਕ ਦੇ ਵਿੱਚ ਫਿਰ ਨਾਗਰਿਕਤਾ ਖੋਣ ਦੇ ਕਿੰਨੇ ਤਰੀਕੇ ਹੈ। ਆਮ ਤੌਰ ਤੇ ਆਪਾਂ ਨਾਗਰਿਕਤਾ ਪਾਉਣ ਦੇ ਤਰੀਕੇ ਪੜ੍ਹਦੇ ਹੁੰਦੇ ਆ ਵੀ ਜੇਕਰ ਕਿਸੇ ਬੰਦੇ ਨੇ ਆਪਣੇ ਮੁਲਕ ਦੀ ਨਾਗਰਿਕਤਾ ਲੈਣੀ ਹੈ। ਵੈਸੇ ਪਹਿਲਾ ਸਵਾਲ ਥੋੜਾ ਜਿਹਾ ਹਾਜ਼ਮ ਜੇ ਹੋਣ ਵਾਲਾ ਨਹੀਂ ਹੈ ਨਾ, ਕਿ ਆਪਾਂ ਤਾਂ ਇਹ ਥਾਂ ਤੇ ਰਹਿੰਦੇ ਆ ਜਿੱਥੇ ਆਪਣੇ ਨਾਗਰਿਕਤਾ ਛੱਡਣ ਨੂੰ ਤਿਆਰ ਬੈਠੇ ਆ। ਆਪਣੇ ਤਾਂ 20 ਲੱਖ ਰੁਪਏ ਚੱਕੀ ਫਿਰਦੇ ਆ ਬਾਹਰ ਜਾਣ ਨੂੰ, ਬਟ ਆਪਾਂ ਹੁਣ ਖਿੱਚੀ ਜਾਂਦੇ ਆ ਬਈ ਬਣਿਆ ਪੇਪਰ ਆ ਕੇ ਯਾਰ ਪੇਪਰ ਦੇ ਲੋਗੇ ਨਾ, ਇੱਥੇ ਆਪਦਾ ਹੱਥ ਪੈਰ ਫਸਾ ਕੇ ਦੇਖ ਲਓ, ਵਧੀਆ ਕਾਮਯਾਬੀ ਮਿਲ ਜੂਗੀ ਜੇ ਮਿਹਨਤ ਕਰੋਗੇ ਤਾਂ। ਸੋ ਇਹ ਤਾਂ ਪੜ੍ਹੀ ਜਾਂਦੇ ਆ ਵੀ ਜਿਹਨੂੰ ਛੱਡ ਕੇ ਜਾਣਾ ਜਾਊ, ਕੋਈ ਚੱਕਰ ਵਾਲੀ ਗੱਲ ਨਹੀਂ ਯਾਰ। ਸੋ ਵੇ ਆਫ ਲੂਜ਼ਿੰਗ ਦੀ ਗੱਲ ਕਰਦੇ ਆ ਆਪਾਂ, ਲੂਜ਼ਿੰਗ ਦੀ।
पहली गल तां नागरिकता जे पुछया पाउण दे किन्ने तरीके है तां आपां टिक लावांगे 3, नागरिकता खोण दे किन्ने तरीके है आपां टिक लावांगे नहीं, नागरिकता पाउण दे किन्ने तरीके है 5, मैं 3 कह गया सी, थोड़ा जिहा एडिट कर लो। ते कुल मिला के नागरिकता पाउण दे तरीके 5 है ते नागरिकता खोण दे तरीके 3 है। वो 3 तरीके किहड़े है? पहला अपना आ गया रिनंसीएशन, त्याग देनी, जिवें आपां त्याग कर रहे हैं। फिर टर्मीनेशन, भी जेकर मान लो अपने किसी बंदे ने किसी बाहरले मुल्क की नागरिकता लै ली तो वो ऑटोमैटिक की कर दूगा, टर्मीनेट हो जूगी हिंदुस्तान की नागरिकता, क्योंकि अपने मुल्क का कानून की कहता है, अपने मुल्क का एक कानून की कहता है भी आपां एक समय ते इक्को मुल्क की नागरिकता रख सकते हैं। फिर अपना आ गया डेप्रीवेशन, क्या बात है, ये अपना सैक्शन 10 है जिहड़ा कि फुल एक्सप्लेन करता है। सैक्शन 10 पूरा फुल एक्सप्लेन करता है भी सरकार किसी मर्जी बंदे ਨੂੰ डिपोर्ट कर सकती है, ਜਿਹੜਾ ਮੁਲਕ ਨੂੰ ਤੋੜਨ ਦੀ ਗੱਲ ਕਰ ਰਿਹਾ ਹੈ, ਮੁਲਕ ਦੇ ਵਿੱਚ ਕੋਈ ਵੀ ਮਤਲਬ ਆਪਾਂ ਕਹਿ ਦਈਏ ਵੀ ਗਲਤ ਮਨਸ਼ਾ ਦੇ ਨਾਲ ਰਹਿ ਰਿਹਾ ਹੈ ਤਾਂ ਫਿਰ ਸਰਕਾਰ ਉਹਨੂੰ ਕਦੋਂ ਮਰਜੀ ਡਿਪੋਰਟ ਕਰ ਸਕਦੀ ਹੈ। ਸੋ ਆਹ 3 ਤਰੀਕੇ ਹੈ ਆਪਣੇ ਇਸ ਐਕਟ ਦੇ ਅਕੋਰਡਿੰਗ। ਸਰੈਂਡਰ ਨੂੰ ਅੱਜ ਕੋਈ ਮੈਂ फिर मर पुलिस पई है भी सरंडर कर देनी तुझे गोली मार देंगे, सरंडर का इत्थे कुछ नहीं होया। ते कुल मिला के आंसर अपना डी है। यही आपां नूं पुछया सीगा भी इहदे विचों किहड़ा तरीका नहीं, तां आपां टिक लावांगे सरंडर। आ 3 तरीके है जिहदे नाल आपां नागरिकता किसी दी खो सकदे हैं जां बंदा आप भी लूज कर सकदा है। ये 5 तरीके पाउण दे है, ये आपां तुहानूं अगे पढ़ा दांगे। जिहड़े बच्चे पढ़े हुए है मैं नाम बोल दिंदा भी 5 तरीके किहड़े है। बाय बर्थ है, बाय डिसेंट है, बर्थ मतलब जन्म है, डिसेंट मतलब खूनी रिश्ता। हुण जे खूनी रिश्ता मतलब हुण जे अपना पापा नाथप्रे दा है, भुच्चो दा है जां बठिंडे दा है तां आपां ही भाई फिर उत्थों दी होवांगे, वो सारा आपां पढ़ांगे। जां अपना बाय इनकॉर्पोरेशन ऑफ टेरिटरी है, बाय रजिस्ट्रेशन है ते बाय नैचुरलाइजेशन। ये 5 तरीके है। बाकी जिहड़े बिटर झाक रहे है वो कहंदे होणगे पता नहीं की जप तप जी करी जांदा है। ये जो प्रॉपर थॉरली पढ़ांगे आपां, ये सारा उत्थे कल्ला कल्ला पढ़ाऊंगा मैं भी बाय बर्थ की हुंदा है, बाय डिसेंट की हुंदा है, बाय इनकॉर्पोरेशन ऑफ टेरिटरी, बाय रजिस्ट्रेशन ते बाय नैचुरलाइजेशन। फिलहाल आप इस सवाल नूं सॉल्व करना सी ते मेरे अकॉर्डिंग आपां कर लिया। लो मुंडिओ क्वेश्चन नंबर दूजा कहंदे दुनिया दा पहला संविधान किहड़ा है जिहड़ा कहंदे प्रीएम्बल दे नाल शुरू हुंदा है। पहली गल तां सारे बच्चे बहुत ध्यान नाल पढ़ के आए है। प्रीएम्बल, पहली गल तां प्रीएम्बल किहड़ी भाषा दा वर्ड है? 4 ऑप्शन देख के पेपर वाला इत्थे फसा सकदा है, तां आपां टिक लावांगे ये लैटिन भाषा दा वर्ड है, क्योंकि अंग्रेजी दे विच तां प्रूम्बल है ही नहीं। अंग्रेजी दे विच तां प्रीएम्बल दा मतलब हुंदा है इंट्रोडक्शन, पंजाबी दे विच मतलब हुंदा प्रस्तावना। ये अपना जो संविधान दा आपां रजिस्टर खोलदे हैं तां गत्ते ते की लिखिया हुंदा बच्चों? गत्ते ते लिखिया हुंदा है प्रीएम्बल। समझ गए? सो ये चीज आपां याद रखनी है। प्रीएम्बल कहंदे दुनिया दा पहली गल तां कल्ला प्रीएम्बल ही क्यों, दुनिया दा पहला संविधान किहने लिखिया है? तां भी आपां टिक लावांगे अमेरिकन कॉन्स्टिट्यूशन। ये गूढ़े अखरां च लिख के रख लो या पेज दे ताहां लिख के रख लो भी अमेरिका पहला दुनिया दा संविधान है, पहला मुल्क है टू राइट इट्स कॉन्स्टिट्यूशन, टू राइट इट्स कॉन्स्टिट्यूशन इन 1793। दुनिया दे विच पहला मुल्क संविधान लिखण वाला बच्चों अमरीका है, इन्हें लिखिया 1799 दे विच। ये चीज आपां याद रखनी है। बाकी जिवें अमेरिका दा संविधान स्टार्ट हुंदा है वो किवें स्टार्ट हुंदा है? वी द पीपल ऑफ यूनाइटेड स्टेट्स। ते पढ़ के कुछ अपनापन जा महसूस होया, क्योंकि अपना प्रीएम्बल भी आई स्टार्ट हुंदा है वी द पीपल ऑफ इंडिया। क्या बात है। अपना भी बच्चों किवें स्टार्ट हुंदा है? वी द पीपल ऑफ इंडिया। ते अमेरिका दा भी किवें स्टार्ट हुंदा है? वी द पीपल ऑफ यूनाइटेड स्टेट्स। सो ये भी 3 अक्षर आपां कित्थों लए है? अमेरिकन कॉन्स्टिट्यूशन तो लए है। तो ये सारे पॉइंट आपां याद रखने हैं। चलो जी, कहंदे ओरिजिनल प्रीएम्बल, ओरिजिनल का मतलब की हुंदा है भी जदों अपना संविधान लागू होया है। संविधान अपना कदों लागू होया है? 26 जनवरी 1950। तुहानूं पता ही है मैं तुहानूं वड्डे वड्डे अखरां दे विच 5 अखर लिखाउणा हुंदा है। अज ही पढ़ा के आए झाकदे क्यों? आपां पढ़दे नहीं हुंदे वी द पीपल ऑफ इंडिया हैव solemnly resolved to constitute India की into sovereign socialist secular democratic republic। ये 5 वर्ड लैणोवार चिन्ह वास्ते भी पा सकते हैं भी लैणोवार अरेंज करो। इसदा मतलब पंजाबी च की है भी असी भारत दे लोक दृढ़ संकल्प होके भारत नूं एक प्रभु सत्ता संपन्न समाजवाद धर्म निरपक्ष अपना प्रभु सत्ता संपन्न समाजवाद धर्म निरपक्ष लोकतंत्र गणतंत्र बनावांगे
ये सारे मतलब अगे डूंगे मतलब है हौली हौली निकलणगे। एक क्लास इन्हां दे मतलब समझाने बहुत ज़्यादा औखे है, समझ गए। बाकी आपां नूं पता ही है बहुत थावां ते आपां वर्ड पढ़िया होया है, समाजवाद पढ़िया होया है जिहड़ा कि आप दे आप लागू करनी बहुत मुश्किल है। सैकुलर वर्ड तो तुहानूं पता ही है अपने देश च मैं कहना भी सुनने नूं मिलदे ही नहीं, इहदा क्या बात ही है, भी हत्थां बहुत मार के आए हैं। डेमोक्रेसी तुहानूं पता ही है काहदी है, रिपब्लिक भाई तुहानूं पता ही है राजा का बेटा राजा नहीं बनेगा। सब कुछ आपां देखांगे। फिलहाल आपां ये सवाल सॉल्व कर लईए। पहली गल तां जदों संविधान अपना लागू होया उदों प्रीअंबल दे विच ना तां आ अखर ना आ अखर ये दोने नहीं सी। आ सीगे असल दे विच ਜਿਹੜਾ ਜਵਾਹਰ ਲਾਲ ਨਹਿਰੂ ਆਬਜੈਕਟਿਵ ਰੈਜ਼ੋਲੂਸ਼ਨ ਲੈ ਕੇ ਆਇਆ ਸੀ ਨਾ 13 ਦਸੰਬਰ 1946 ਨੂੰ ਤੇ ਕੁੱਲ ਮਿਲਾ ਕੇ ਲਾਗੂ ਹੋਇਆ ਸੀ 22 ਜਨਵਰੀ 1947 ਨੂੰ। ਉਦੋਂ ਬਸ ਕੱਲੇ ਆ ਅੱਖਰ ਸੀਗੇ 3, ਸਮਝ ਗਏ। ਚਲੋ 1 4 ਤੇ 5 ਜਵਾਬ ਆ ਗਿਆ 1 4 ਤੇ 5। ਪਹਿਲੀ ਗੱਲ ਤਾਂ ਇੱਥੇ ਆਪਾਂ ਪ੍ਰੀਅੰਬਲ ਜਿਹੜਾ ਅਸਲੀ ਪ੍ਰੀਅੰਬਲ ਸੀ ਇਹਦੇ ਵਿੱਚ ਆਪਾਂ ਅੱਜ ਤੱਕ 3 ਅੱਖਰ ਜੋੜ ਚੁੱਕੇ ਹਾਂ। एक तो अपना सोशलिस्ट जोड़ा है, एक सैक्यूलर ते एक आपां जोड़िया इंटीग्रिटी कि देश विच आपां अखंडता बना के रखनी है, देश नूं आपां तोड़न वाली गल करनी। ये भी एडिट कर दिओ, देश नूं आपां जोड़न वाली गल करनी है ना कि तोड़न वाली गल करनी है। एकता बना के रखनी है, भाईचारक ते भैणचारक सांझ बना के रखनी है, समझ गए मेरी गल। ये सारा कुछ आपां देश अपने बना के रखना भाई। इदों पहलां कुछ होर बोलिया जाए मैं अगले सवाल ते जाना है। कहते प्रीअंबल के रिगार्डिंग कहते स्टेटमेंटा दसो। कहते जो अपना प्रीअंबल है कम लालो लाल होया पिया करके। कहते जो अपना प्रीअंबल है कहते यदि भाई एक बार अमेंडमेंट हुई है 1976 जमा सही है। आ पिछला सवाल असल दे विच उहदा अगला पार्ट ही आ गया। अपने ओरिजिनल प्रीअंबल दे विच सोशलिस्ट सैक्यूलर इंटीग्रिटी ये तिन्ने अखर है नहीं सी मतलब फिर अज कित्थों आ गए, तां जरूर डिगे है। अज आप ऐड की है, आप ऐड किवें कीती है, अमेंडमेंट की है, सोध की है। किहड़ी अमेंडमेंट की आपां 42वीं अमेंडमेंट किहड़े साल की है 1976 दे विच। सो ये चीज आपां याद रखनी है। चलो मेरा भाई ये भी काम सही है। तो कहते 42वीं अमेंडमेंट है अपने इहदे नाल कहंदे आपां फिर 2 नवे अखर जोड़े है। मैं कहना पहला तुहानूं कख ना आउंदा होवे जे तुसीं ये भी क्लास बंदियां नूं ला रहे हो तां भी गलत है। मैं तुहानूं हुणे बार-बार 100 बार तो कहता भी 2 थोड़ी जोड़े है, 3 अखर जोड़े है। सोशलिस्ट है, सैक्यूलर है ते इंटीग्रिटी है। ते इह च आपां नूं पुछिआ बच्चों करैक्ट किहड़ा, करैक्ट कल्ला अपना पहला आ गया। सो आंसर आ गया ए। तो ये वधिया प्रैक्टिस दे लई रिवीजन दे लई सारे सवाल अटैम्प्ट करने बहुत जरूरी है। कोशिश करिया करो जो वीडियो तुसीं एक बारी ऑन कर लो, वीडियो बेशक तुहानूं आउंदी होवे, आ सवाल आउंदे होण, वीडियो फास्ट कर लो, डबल दी स्पीड ते ला लो, 10 मिनटां निबेड़ के परां करो। बट जरूरी है रिवीजन करना, रिवीजन तो कदे भी भज्जो ना बस विद रैफरेंस टू। हुण आपां गल करदे हां कॉन्स्टिट्यूशनल अमेंडमेंट बिल भी जिहड़ा बिल आपां संविधान दे विच सोध करन दे लई लैके आउणे है। पहली गल तां जो आपां अमेंडमेंट दी गल करदे हां बच्चों, अमेंडमेंट अपने संविधान दे किहड़े आर्टिकल दे विच है 368 दे विच शो हो रहा है। हाँ वैरी गुड। आर्टिकल नंबर 368 च की है आपां अमेंडमेंट कर सकते हैं। संविधान का किहड़ा पार्ट है बच्चों, ये पार्ट नंबर अपना हैगा 20वां। चलो फिर आपां देख लेंगे हैं। कहंदे प्रेसिडेंट कहंदे भी विद होल्ड करदा असेंट नूं, बट कहंदे बिल नूं वापस नहीं भेज सकदा फॉर रिकनसीडरेशन। पहली गल तो स्टेटमेंट होगी गलत, बहुत ध्यान नाल सुनना। किवें जदों भी आपां संविधान दे विच सोध करन वास्ते बिल लैके आउणे है, पहली गल तो बिल आपां किसी भी हाउस लिया सकते हैं, जां लियाओ राज्य सभा च जां लियाओ लोक सभा दे विच। जदों दोने हाउसां ने बिल पास करके राष्ट्रपति कोले साइन करन वास्ते भेजता तां राष्ट्रपति नूं साइन करने ही पैणगे। वो दोबारे ऐ भी नहीं कह सकदा भी बई यार माड़ा जिहा स्पैलिंग जे ठीक कर लो यार, मैनूं इहदे अखर जे गलत भाई लगदे आ। वो रिकनसीडरेशन वास्ते भी दोबारे नहीं भेज सकदा, ना ही वो बिल आपदे कोले विद होल्ड कर सकदा है। राष्ट्रपति नूं साइन करने पैणगे ते इह बकायदा एक अमेंडमेंट दे विच क्लीयर कर दिता गया सी भी इहदे रिगार्डिंग भाई राष्ट्रपति नूं 3-5 करन दी लोड़ नहीं। तां तुहानूं मैं गल इह किहड़ी अमेंडमेंट दे विच क्लीयर हो गया सी 24वीं अमेंडमेंट 1903 लॉक करके रख लो। फिर कहते 24वीं अमेंडमेंट है इहदे विच ही कहते सरकार पार्लीमेंट नूं पावर देती सी भी तुसीं भाई अमेंडमेंट किसी भी प्रोविजन च कर सकते हो। जमा सही है। बहुत बच्चे नूं इतराज हो सकता है भी यार किसी विच भी कर सकते हैं, कर सकते हैं। अपने मौलिक अधिकारां दे विच भी अमेंडमेंटां होईयां पईयां
बट ਇਹੋ ਜਿਹੀ ਅਮੈਂਡਮੈਂਟ ਨਹੀਂ ਕਰ ਸਕਦੇ ਜਿਹਦੇ ਨਾਲ ਆਪਣੇ ਸੰਵਿਧਾਨ ਦਾ ਬੇਸਿਕ ਢਾਂਚਾ ਖੜਾ ਕੇ ਰੱਖ ਦੇਣ, ਉਹ ਬੇਸਿਕ ਸਟਰਕਚਰ ਹਿਲਾ ਕੇ ਰੱਖ ਦੇਣ। ਜੋ ਵਰਡ ਵਿੱਚ ਆ ਜਾਂਦਾ ਇਹਦੀ ਸਟੇਟਮੈਂਟ ਹਾਨੀਕਾਰਕ ਹੋ ਜਾਂਦੀ, ਅਦਰਵਾਈਜ਼ ਇਹ ਸਟੇਟਮੈਂਟ ਸਹੀ। ਪਾਰਲੀਮੈਂਟ ਕਿਤੇ ਵੀ ਅਮੈਂਡਮੈਂਟ ਕਰ ਸਕਦੀ ਹੈ, ਬਟ ਕੁਛ ਮਰਜ਼ੀ ਕਰ ਲੇ, ਫਿਰ ਤਾਂ ਪਰ ਆਪਣੀ ਜੁਡੀਸ਼ਰੀ ਤਾਂ ਬੈਠੀ ਹੈ, ਉਹ ਕਿਸੇ ਵੀ ਕਾਨੂੰਨ ਨੂੰ ਇੰਟਰਪ੍ਰੈਟ ਕਰ ਸਕਦੀ ਹੈ। ਜੇ ਉਹਨੂੰ ਲੱਗਿਆ ਵੀ ਇਹਦੇ ਨਾਲ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਜਾਂ ਕਿਸੇ ਵੀ ਫੰਡਾਮੈਂਟਲ ਰਾਈਟ ਦੀ ਉਲੰਘਣਾ ਹੋ ਰਹੀ ਹੈ ਤਾਂ ਫਿਰ ਉਹ ਵਾਪਸ ਵੀ ਕਰਵਾ ਦੇਣਗੇ। ਇਹ ਬੜੀ ਗੱਲ ਹੈ, ਬੈਠੇ ਆ ਤਾਂ ਯਾਰ। ਫਿਰ ਕਹਿੰਦੇ ਓਬਲੀਗੇਟਰੀ ਹੈ। ਓਬਲੀਗੇਟਰੀ ਮਤਲਬ ਕੀ ਹੁੰਦਾ ਹੈ ਵੀ ਮਨਜ਼ੂਰੀ ਦੇਣਾ ਲਾਜ਼ਮੀ ਹੈ, ਲਾਜ਼ਮੀ ਹੈ। ਕਹਿੰਦੇ ਫॉर दी प्रेसिडेंट टू गिव हिज असेंट व्हेन कॉन्स्टिट्यूशनल घंटे ਦੇ ਹੀ ਤਾਂ ਬੋਲੀ ਜਾਂਦੇ ਆ। ਫਿਰ ਆਪਾਂ ਅੱਜ ਜੋ ਪਹਿਲੀ ਦਾ ਆਪਾਂ ਕਾਟਾ ਮਾਰਿਆ ਹੈ ਉਹ ਤੀਜੇ ਕਰਕੇ ਮਰਿਆ ਹੈ, ਉਹ ਪਹਿਲੀ ਤੇ ਕਾਟਾ ਤੀਜੇ ਕਰਕੇ ਵੱਜਿਆ। ਪੰਜਾਬੀ ਵਾਲੇ ਪੜ੍ਹ ਲਿਆ ਕਰੋ। ਆ ਦੇਖੋ, ਸੰਵਿਧਾਨਕ ਸੋਧ ਬਿੱਲ ਪੇਸ਼ ਹੋਣ ਤੇ ਰਾਸ਼ਟਰਪਤੀ ਨੂੰ ਆਪਣੀ ਮਨਜ਼ੂਰੀ ਦੇਣਾ ਲਾਜ਼ਮੀ ਹੁੰਦਾ ਹੈ। ਜਮਾ ਸਹੀ ਹੈ, ਲਾਜ਼ਮੀ ਹੈ, ਉਹ ਆਪਦੇ ਕੋਲ ਨਹੀਂ ਰੱਖ ਸਕਦਾ। ਆ ਦੇਖੋ ਪਹਿਲੀ ਕੀ ਕਹਿੰਦੀ ਹੈ, ਰਾਸ਼ਟਰਪਤੀ ਆਪਣੀ ਸਹਿਮਤੀ ਨੂੰ ਰੋਕ ਸਕਦਾ ਹੈ ਪਰ ਮੁੜ ਵਿਚਾਰ ਲਈ ਬਿੱਲ ਨੂੰ ਵਾਪਸ ਨਹੀਂ ਕਰ ਸਕਦਾ। ਜਾਣ ਕੇ ਇਮੋਸ਼ਨਲ ਜਿਹਾ ਕਰਤਾ ਨਾ ਵੀ ਉਹ ਰੋਕ ਲਿਆ, ਮੁੜ ਵਿਚਾਰ ਦੇ ਲਈ ਨਹੀਂ ਭੇਜਿਆ, ਉਹਨੂੰ ਸੋਚਣ ਤੇ ਮਜਬੂਰ ਕਰ ਰਹੇ ਹੈ। ਇਹਨਾਂ ਦੀਆਂ ਗੱਲਾਂ ਚ ਨਾ ਮੈਂ ਤੁਹਾਨੂੰ ਦੱਸੀ ਜਾਂਦਾ। तो कुल मिला के ਆਪਾਂ ਨੂੰ ਪੁੱਛਿਆ सही, ਤੇ ਸਹੀ ਆਪਣਾ ਆਨਸਰ ਆ ਗਿਆ ਸੀ दूका एंड तीका। दूका एंड तीका, क्या बात है, वेरी गुड। चलो ਕਹਿੰਦੇ ਆਪਣੇ ਸੰਵਿਧਾਨ ਨੂੰ ਜਿਹੜਾ ਸੋਧ ਕਰਨ ਵਾਲਾ ਬਿੱਲ ਹੈ, ਕਹਿੰਦੇ ਆਪਾਂ ਕਿੱਥੇ ਲਿਆ ਸਕਦੇ ਹਾਂ। ਮੈਂ ਤੁਹਾਨੂੰ ਹੁਣੀ ਕੀ ਬੋਲ ਕੇ ਹਟਿਆ, ਚਾਹੇ ਤਾਂ ਇਹਨੂੰ ਲਿਆਓ ਲੋਕ ਸਭਾ ਦੇ ਵਿੱਚ, ਚਾਹੇ ਲਿਆਓ ਰਾਜ ਸਭਾ ਦੇ ਵਿੱਚ। ਜੇ ਤੁਸੀਂ ਪਹਿਲਾਂ ਲੋਕ ਸਭਾ ਚ ਲਿਆਂਦਾ ਤਾਂ ਕਿੱਡੀ ਗੱਲ ਹੈ, ਇਹਦੇ ਚ ਬਾਅਦ ਚ ਲੈ ਜਾਓ। ਜੇ ਇਹ ਚ ਪਹਿਲਾਂ ਲਿਆਂਦਾ ਕਿੱਡੀ ਗੱਲ ਹੈ, ਇਹ ਚ ਬਾਅਦ ਚ ਲੈ ਜਾਓ। ਤੇ ਦੋਨਾਂ ਹਾਊਸਾਂ ਨੂੰ ਯਾਦ ਰੱਖਿਓ, ਇਹ ਅਮੈਂਡਮੈਂਟ ਸੋਧ ਕਰਨ ਵਾਲਾ ਬਿੱਲ ਦੋਨੇ ਹਾਊਸਸ ਦੇ ਵਿੱਚ ਅਲੱਗ 2/3 ਸਪੈਸ਼ਲ ਮੈਜੋਰਿਟੀ ਨਾਲ ਪਾਸ ਕਰਨਾ ਜ਼ਰੂਰੀ ਹੈ। ਜੇਕਰ ਸੋਧ ਕਰਨ ਵਾਲਾ ਬਿੱਲ ਭਾਰਤ ਦੇ ਸੰਵਿਧਾਨ ਦੇ ਵਿੱਚ ਸੋਧ ਕਰਨ ਵਾਲਾ ਬਿੱਲ, ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਕਿਸੇ ਵੀ ਇੱਕ ਹਾਊਸ ਚ ਪਾਸ ਨਹੀਂ ਹੁੰਦਾ ਤਾਂ ਉਹ ਬਿੱਲ ਗਿਆ ਖਤਮ। ਕਿਉਂਕਿ ਇਸ ਬਿੱਲ ਦੇ ਕੇਸ ਦੇ ਵਿੱਚ ਆਪਾਂ ਜੁਆਇੰਟ ਸਿਟਿੰਗ ਆਫ ਪਾਰਲੀਮੈਂਟ ਵੀ ਨਹੀਂ ਬਿਠਾ ਸਕਦੇ ਵੀਰ ਜੀ, ਇਹ ਚੀਜ਼ ਆਪਾਂ ਯਾਦ ਰੱਖਣਾ। ਸਟੇਟਾਂ ਦੇ ਵਿੱਚ ਕਦੇ ਸੁਣਿਆ ਵੀ ਫਲਾਨੀ ਸਟੇਟ ਨੇ ਸੰਵਿਧਾਨ 'ਚ ਅਮੈਂਡਮੈਂਟ ਕੀਤੀ ਹੈ? ਇਹ ਅਮੈਂਡਮੈਂਟ ਸੰਵਿਧਾਨ 'ਚ ਸੋਧ ਕਰਨ ਵਾਲੀ ਪਾਵਰ ਸਿਰਫ ਪਾਰਲੀਮੈਂਟ ਕੋਲੇ ਹੈ। ਪਾਰਲੀਮੈਂਟ 'ਚ ਹੈ ਤਾਂ ਹੈਗੀ ਹੈ ਰਾਜ ਸਭਾ, ਇਹ ਰਾਜਾਂ ਦੀ ਸਭਾ ਤਾਂ ਹੈਗੀ ਹੈ, ਤਾਂ ਰਾਜ ਆਪਦੇ ਬੰਦੇ ਦੇਖ ਕੇ ਭੇਜ ਲੈਣ। ਜਿਵੇਂ ਆਪਣੇ ਪੰਜਾਬ ਵਾਲੇ ਨੇ ਭੇਜੀ ਸੀ ਰਾਘਵ ਚੱਡੇ ਵਰਗੇ ਬੰਦੇ, ਦੇਖ ਕੇ ਭੇਜਣ, ਪੰਜਾਬ ਵਾਲੇ ਭੇਜਣ। ਰਾਜ ਸਭਾ ਹੈ ਵੀ ਰਾਜਾਂ ਦੀ ਸਭਾ ਕਹਿੰਦੀ ਹੈ। ਸੈਂਟਰ ਦੇ ਵਿੱਚ ਹੁਣ ਸਰਕਾਰ ਆਪਾਂ ਚੁਣ ਕੇ ਕਿੱਥੇ ਭੇਜਦੇ ਆ? ਲੋਕ ਸਭਾ ਦੇ ਵਿੱਚ। ਬਟ ਸੈਂਟਰ 'ਚ ਰਾਜ ਸਭਾ ਵੀ ਬੈਠੀ ਹੈ। ਇਹ ਸੈਂਟਰ 'ਚ ਕੀ ਕਰਦੀ ਹੈ ਬੈਠੀ? ਇਹ ਸਟੇਟਾਂ ਦਾ ਪੱਖ ਰੱਖਣ ਵਾਸਤੇ ਬੈਠੀ ਹੈ, ਤੇ ਇੱਥੇ ਬਿਲਕੁਲ ਨਹੀਂ ਆਉਂਦੇ। ਰਾਸ਼ਟਰਪਤੀ ਕੋਲ ਤਾਂ ਬਾਅਦ ਚ ਜਾਂਦਾ ਹੁੰਦਾ, ਜਿਹੜੇ ਪਹਿਲੀ ਭੇਜੀ ਜਾਂਦੇ ਆ। ਦਿਮਾਗ ਸੈੱਟ ਨਹੀਂ। ਆਂਸਰ ਆ ਗਿਆ ਡੀ। ਛੇਵੇਂ ਦਾ ਆਂਸਰ ਕੀ ਆ ਗਿਆ? ਡੀ, 1 ਐਂਡ 2। ਚਲੋ ਵੀ ਅੱਜ ਸਵਾਲ ਬਹੁਤ ਵੱਡੇ ਵੱਡੇ ਸਵਾਲ ਕਰ ਰਹੇ ਹਾਂ ਆਪਾਂ, ਸਾਰੀ ਸਕਰੀਨ ਤੇ ਹੀ ਆ ਰਹੇ ਹੈ। ਮੈਨੂੰ ਲੱਗਦਾ ਮੈਂ ਵਿੱਚ ਵਾਲਾ ਅੜੀ ਜਾਂਦਾ ਤੁਹਾਡੇ, ਹਨਾ। ਚਲੋ ਕੋਈ ਗੱਲ ਨਹੀਂ, ਜਿਵੇਂ ਸਾਈਡ ਜੀ ਤੇ ਹੁੰਨਾ ਤੁਰਦਾ ਫਿਰਦਾ ਸਵਾਲ ਨੂੰ ਸੋਲਵ ਕਰ ਲਿਆ ਕਰੋ। ਕਹਿੰਦੇ ਆਪਣੇ ਅਮੈਂਡਮੈਂਟ ਸੋਧ ਅਮੈਂਡਮੈਂਟ ਵਾਲਾ ਬਿੱਲ ਹੈ ਇੰਡੀਆ ਦੇ ਵਿੱਚ, ਕਹਿੰਦੇ ਆਪਾਂ ਲਿਆ ਸਕਦੇ ਆ, ਇਨੀਸ਼ੀਏਟ ਕਰ ਸਕਦੇ ਆ ਇਨ ਲੋਕ ਸਭਾ ਓਨਲੀ। ਜਦੋਂ ਵੀ ਪੋਲਿਟੀ ਦਾ ਸਵਾਲ ਸੋਲਵ ਕਰੋ ਤੁਹਾਡੇ ਅੱਖ ਦੇ ਵਿੱਚ ਰੜਕਣਾ ਚਾਹੀਦਾ ਨਾਲ ਦੀ ਨਾਲ ਕਿ ਓਨਲੀ। ਓਨਲੀ ਨਾਲ ਤੁਹਾਡੀ ਦੁਸ਼ਮਣੀ ਪੈਣੀ ਜ਼ਰੂਰ, ਕਿਉਂਕਿ ਗਲਤ ਹੈ। ਮੈਂ ਤੁਹਾਨੂੰ ਹੁਣੇ ਪਿੱਛੇ ਕੀ ਬੋਲ ਕੇ ਆਇਆ ਵੀ ਲੋਕ ਸਭਾ ਦੇ ਵਿੱਚ ਨਹੀਂ, ਇਹਨੂੰ ਆਪਾਂ ਰਾਜ ਸਭਾ ਦੇ ਵਿੱਚ ਵੀ ਲਿਆ ਸਕਦੇ ਹਾਂ। ਫਿਰ ਕਹਿੰਦੇ ਕੋਈ ਇਹੋ ਜਿਹੀ ਅਮੈਂਡਮੈਂਟ, ਕੋਈ ਇਹੋ ਜਿਹੀ ਸੋਧ ਜਿਹਦੇ ਨਾਲ ਆਪਣੇ ਮੁਲਕ ਦਾ ਫੈਡਰਲ ਢਾਂਚਾ ਹੈ ਉਹਦੇ ਵਿੱਚ ਕੋਈ ਸੋਧ ਕਰਨੀ ਹੈ ਤਾਂ ਕੱਲੀ ਸੈਂਟਰ ਨੇ ਨਹੀਂ ਕਰਨੀ। ਆਹ ਸੀਰੀਅਸ ਸਟੇਟਮੈਂਟ ਹੈ। ਜਿਹੜੇ ਬੱਚੇ ਨੇ ਆਹ ਸਵਾਲ ਸੋਲਵ ਕਰਤਾ ਨਾ ਤਾਂ ਵਾਕਈ ਉਹ ਬਹੁਤ ਹੀ ਟੌਪ ਕਲਾਸ ਤਿਆਰੀ ਕਰ ਰਿਹਾ ਹੈ। ਉਹਦੇ ਵਾਸਤੇ ਨਿੱਕੇ ਮੋਟੇ ਪੇਪਰ ਕੁਝ ਵੀ ਨਹੀਂ, ਉਹਦੇ ਕਨਸੈਪਟ ਬਹੁਤ ਬਹੁਤ ਡੰਗਾਈ 'ਚ ਕਲੀਅਰ ਹੈ ਜਿਹਨੇ ਆਹ ਸਟੇਟਮੈਂਟ ਸੋਲਵ ਕਰਤੀ। ਆਪਣੇ ਮੁਲਕ ਦਾ ਫੈਡਰਲ ਕਰੈਕਟਰ ਕੀ ਹੈ, ਫੈਡਰਲ ਢਾਂਚਾ ਕੀ ਹੈ? ਆਪਣੇ ਦੇਸ਼ 'ਚ 2 ਸਰਕਾਰਾਂ ਬੱਚੋਂ ਰਾਜ ਕਰਦੀਆਂ, ਇੱਕ ਸੈਂਟਰ ਸਰਕਾਰ ਹੈ, ਇੱਕ ਸਟੇਟ ਸਰਕਾਰ ਹੈ। ਬਟ ਦੋਨੇ ਸਰਕਾਰਾਂ ਇੰਡੀਪੈਂਡੈਂਟ ਹੈ, ਦੋਨੇ ਸਰਕਾਰਾਂ ਕੋਲੇ ਆਪੋ ਆਪਣੀਆਂ ਪਾਵਰਾਂ ਨੇ, ਦੋਨੇ ਸਰਕਾਰਾਂ ਆਪੋ ਆਪਣੀਆਂ ਪਾਵਰਾਂ ਕਲੀਅਰ ਕੱਟ ਦਿੱਤੀਆਂ ਹੋਈਆਂ ਵੀ ਇਸ ਮਸਲਿਆਂ ਦੇ ਸੈਂਟਰ ਕਾਨੂੰਨ ਬਣਾ ਸਕਦਾ ਹੈ, ਇਸ ਮਸਲਿਆਂ ਤੇ ਸਟੇਟ ਸਰਕਾਰ ਕਾਨੂੰਨ ਬਣਾ ਸਕਦੀ ਹੈ। ਇਹ ਫੈਡਰਲ ਢਾਂਚਾ
बट जेकर सोध अमेंडमेंट पार्लीमेंट ने इस फैडरल ढांचे ती करनी होवे, क्या बात है, फिर कहंदे नाल ਜਿਹੜੀਆਂ ਆਪਣੀਆਂ ਸਟੇਟਾਂ ਨੀਆਂ देखो the amendment also required to be rectified by the legislature of all states in India। ਕਹਿੰਦੇ ਇਹ ਸਾਰੀਆਂ ਫਿਰ ਸਟੇਟਾਂ ਨੇ ਵੀ ਰੈਕਟੀਫਾਈ ਕਰਨਾ ਹੈ। स्टेटमेंट तो जबरदस्त है और काटा वजू काटा, क्योंकि बाय ऑल लेजिस्लेचर नहीं बच्चों, अद्धियां स्टेटां ने करना है हाफ, फिर तो कर ले अमेंडमेंट, सारिया स्टेटां भी किते हुई हैं। तो माड़ी मोटी राजनीति मुल्क दे विच चलदी है, सेंटर च होर सरकार हुंदी है, सूबियां च होर हुंदी है, जे कोई सेंटर चंगा करे फिर भी नुक्स तो लभांगे, क्यों अपनी उन्हां नाल नहीं बनदी। यही तो सियासत हुंदी है। ਅਸੀਂ ਤਾਂ ਕਹਿੰਦੇ ਵੀ ਸਿਆਸਤ ਗੰਦੀ ਹੈ, ਉਹ ਦੇਸ਼ ਦੀ ਤਰੱਕੀ ਬਾਰੇ ਬਾਅਦ ਚ ਸੋਚਦੀ ਹੈ, ਆਪਦੀ ਪਾਰਟੀ ਬਾਰੇ ਪਹਿਲਾਂ। ਇਹ ਆਪਣੇ ਦੇਸ਼ 'ਚ ਆਮ ਤੌਰ ਤੇ ਆਮ ਹੀ ਗਲੀ ਮੁਹੱਲਿਆਂ 'ਚ ਸੁਣਦੇ ਹੈ ਕਿ ਲੀਡਰ ਆਪਦਾ ਫਾਇਦਾ ਦੇਖਦੇ ਹੈ, ਲੋਕਾਂ ਬਾਰੇ ਤਾਂ ਬਾਅਦ ਸੋਚਦੇ ਹੈ। ਬਾੜ में जाए जनता, अपना काम बनता। तो ਇਹ ਔਲ ਨਹੀਂ ਬੱਚੋ, ਇਹ ਹਾਫ ਹੈ। ਹਾਫ ਸਟੇਟਾਂ ਨੇ ਰੈਕਟੀਫਾਈ ਕਰਨਾ ਜ਼ਰੂਰੀ ਹੈ ਜੇਕਰ ਅਮੈਂਡਮੈਂਟ ਆਪਣੇ ਕੋਈ ਫੈਡਰਲ ਕਰੈਕਟਰ ਦੇ ਵਿੱਚ ਕਰ ਰਹੇ ਹੈ। तो ये स्टेटमेंट होगी गलत, तो आंसर आ गया डी 1 एंड 2। समझ गए? चलो फिर वेरी गुड, वेरी गुड। पर मैनू गुड का तां पता लगू, मैं तुहानूं पहले ही कहा। सवाल 8वां आ गया, इत्थे बच्चा टावां टावें पहुंचूगा, कमेंट जरूर करना, चेक करूँ कल नूं आके। हू इज द अथॉरिटी टू डिसाइड द ग्राउंड ऑफ डिफेक्शन अंडर द एंटी डिफेक्शन लॉ? क्या बात है, अपने मुल्क दे विच दल बदलू कानून लिआंदा गया सी। कदों लिआंदा गया सी बच्चों? इह तां पुछणगे, आपां टिक लावांगे 52ਵੀਂ अमेंडमेंट 1985 ਦੇ ਵਿੱਚ ਲਿਆਂਦਾ ਗਿਆ ਸੀ। 52ਵੀਂ अमेंडमेंट 1985 ਦੇ ਵਿੱਚ ਆਪਣੇ ਸੰਵਿਧਾਨ ਦੀ ਕਿਹੜੀ ਸੂਚੀ ਦੇ ਵਿੱਚ ਹੈ? ਆਪਾਂ ਟਿਕ ਲਾਵਾਂਗੇ 10ਵੀਂ ਸੂਚੀ। ਕੋਈ ਇੰਨਾ ਤਾਂ ਪਤਾ ਨਾ, ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਉਦੋਂ ਕਿੰਨੀਆਂ ਸੂਚੀਆਂ ਸੀ? फिर एक जना भी नहीं बोलिया, सब सुनी जाता, मैनू बोल पो यार, मैं ही बोली जाना। जो संविधान लागू होया उदों 8 सी, अज किन्नियां ने 12, 4 आपां बाद च ऐड कीतियां। आ देखो फिर 10वीं कदों ऐड कीती है? 1985। दल बदलू उही है ना, लीडर आपदा फायदा देखते हैं। पिछे मैं क्यों बोल के आया? क्योंकि लीडर आपदा दल बदल लेंदे है, जिहदी चलदी है, जिहदी सरकार है, हो सकता भी उस दे नाल जाके बह जे बई यार मैनू भी रला लो यार, ऐ कातों करदे हो? पता साडे वाले तो खूंजे लगे बैठे है, बंदे सारे 10-12 रह गए, तो कुल मिला के दल बदलती है। बट वो दल बदल नूं आपदी क्वालीफाई कर दिता जाता है, उस मैंबर नूं रिमूव कर दिता जाता है, चाहे वो MLA-शिप होवे जां वो MP होवे, तो मर्जी है। कहते करदा कौन है? एडा सिरे दा सवाल है, कहते करदा कौन है? इलैक्शन कमीशन। बहुत बच्चे भड़काउणगे, मैं शर्त ला के कहना, कोई पता नहीं थोड़े दिमाग च हाई कोर्ट अजे बैठे बैठिया दे ਇਹੋ ਜਿਹਾ ਕੁਛ ਹੀ ਹੋਈ ਜਾਂਦਾ। ਆਪਣੇ ਰਾਸ਼ਟਰਪਤੀ ਵੀ ਨਾ ਭੜਕਾ ਦਿਓ। ਤਾਂ ਆਨਸਰ ਆਊਗਾ ਪ੍ਰੀਸਾਈਡਿੰਗ ਆਫੀਸਰ। ਪ੍ਰੀਸਾਈਡਿੰਗ ਆਫੀਸਰ ਬੱਚੋ ਕਿਹੜਾ ਹੁੰਦਾ ਹੈ? ਅਕਸਰ ਟੀਵੀਆਂ ਤੇ ਲੋਕ ਸਭਾ ਦੇਖੀ ਹੋਊਗੀ, ਸਾਰੇ ਮੈਂਬਰ ਬੈਠੇ ਹੈ, ਬਟ ਸਾਹਮਣੇ ਉਹ ਉੱਚੇ ਬੈਂਚ ਜਿਹਦੇ ਕਿਹੜਾ ਬੈਠਾ ਹੁੰਦਾ ਹੈ, ਜਿਹੜਾ ਕਹਿੰਦਾ ਹੁੰਦਾ ਹਾਊਸ ਇਜ਼ ਅਡਜਰਨਡ। ਸਪੀਕਰ। ਸਪੀਕਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸਪੀਕਰ ਡਿਸਕੁਆਲੀਫਾਈ ਕਰੂਗਾ, ਉਹਦੀ ਪਾਵਰ ਸਪੀਕਰ ਕੋਲੇ ਹੁੰਦੀ ਹੈ। प्रिसाइडिंग ऑफिसर का मतलब की हो गया? स्पीकर ऑफ दी लेजिस्लेचर। वेरी गुड। आ गया ना सवाल सिरे का? मैं जान के सिरे सवाल लैके एंड ते आना हुंदा कि जिहड़ा बच्चा हार्ड वर्किंग है, मेहनती है, उस दा फायदा होवे। जिहड़े उही भालदे तुक्का लग जे पेपर च, मैनूं आप नूं पसंद नहीं। आ सवाल देखो सिरे दा, द लास्ट डीलिमिटेशन कमीशन। पहली गल तां डीलिमिटेशन कमीशन नूं आपां एक नाम नाल होर जाणदे हां, इसे नूं आपां कह दिंदे आ बाउंडरी, इसे नूं आपां कह दिंदे आ बाउंडरी कमीशन। इसे नूं बाउंडरी, ये सीटां दी बाउंडरी है ना जिहड़ी अपनी, वो डीलिमिटेशन कमीशन सैट करदी है। सीटां दी मतलब जिवें अपनी बठिंडा दी सीट है लोक सभा दी, जिवें ये सीट अपनी ओ पई आ रामपुरे तक, नहीं रामपुरा तो फरीदकोट तक गया, पुच्छो कैंचियां तक गया। चल थोड़ा किहड़ा पता, थोड़ा पुच्छो दे होंगे, ਜਾਂ ਆਪਾਂ कह लो इधर डब वाली तक पई है, वो मानसा तक पई है। तो कुल मिला के ये बठिंडे की की है? सीट होगी, एरिया हो गया बठिंडे का, बाउंडरी होगी। ये बाउंडरी डिसाइड कौन करता है? डीलिमिटेशन कमीशन करता है। तो जे पूछया अज तक डीलिमिटेशन कितने बार बैठ चुके हैं बच्चों?
ਤਾਂ ਆਪਾਂ ਟਿਕ ਲਾਵਾਂਗੇ 4 ਵਾਰੀ ਬੈਠ ਚੁੱਕਿਆ ਹੈ। ਕਿੰਨੇ ਵਾਰ ਬੈਠ ਚੁੱਕਿਆ ਹੈ? 4 ਵਾਰੀ ਬੈਠ ਚੁੱਕਿਆ ਹੈ। 1952, 1963, 1973 ਤੇ 2002। ਇਹ ਚੀਜ਼ ਆਪਾਂ ਰੱਖਣੀ ਹੈ ਯਾਦ। ਹੁਣ ਪੁੱਛਿਆ ਕੀ ਹੈ ਵੀ ਆਖਰੀ ਵਾਰ ਡੀਲਿਮਿਟੇਸ਼ਨ ਕਮਿਸ਼ਨ ਕਦੋਂ ਬੈਠਿਆ ਹੈ? 2002 ਦੇ ਵਿੱਚ। ਤੇ ਸਿਰੇ ਦਾ ਪੁਆਇੰਟ ਆਪਾਂ ਯਾਦ ਰੱਖਣਾ ਹੈ। ਕਹਿੰਦੇ ਇੱਕ ਬਾਡੀ ਹੈ ਨੀਤੀ ਆਯੋਗ। ਪਹਿਲੀ ਗੱਲ ਤਾਂ ਨੀਤੀ ਆਯੋਗ ਬਣੀ ਕਦੋਂ ਹੈ? ਇਹ ਐ ਨਾ ਮੰਨਿਓ ਪੁਰਾਣੇ ਸਵਾਲ ਆਪਾਂ ਪੜ੍ਹ ਕੇ ਕੀ ਕਰਨੀ ਹੈ, ਪੇਪਰ ਵਾਲੇ ਐਂ ਪੁੱਛਣਗੇ ਫਲਾਨੀ ਬਾਡੀ ਕਦੋਂ ਬਣੀ ਹੈ, ਉੱਥੇ ਬੈਠਿਆਂ ਦੀ ਬਾਡੀ ਕੁੰਗੜਨ ਲੱਗ ਜਾਂਦੀ ਹੈ ਵੀ ਹੁਣ ਕੀ ਜਵਾਬ ਦੇ ਕੇ ਹੋਏ। 1 ਜਨਵਰੀ 2015 ਨੂੰ ਨੀਤੀ ਆਯੋਗ ਬਣੀ ਹੈ। ਕਈ ਵਾਰੀ ਨੀਤੀ ਆਯੋਗ ਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਆ, ਤਾਂ ਆਪਾਂ ਕੀ ਟਿਕ ਲਾਵਾਂਗੇ? ਨੈਸ਼ਨਲ ਇੰਸਟੀਟਿਊਸ਼ਨ ਫॉर ट्रांसफॉर्मिंग इंडिया। नेशनल इंस्टीट्यूशन फॉर ट्रांसफॉर्मिंग इंडिया। नेशनल इंस्टीट्यूशन फॉर ट्रांसफॉर्मिंग इंडिया। कहते इंडिया ਨੂੰ ट्रांसफॉर करना है। ਇਹਦਾ ਮਤਲਬ ਆਪਾਂ ਕਦੇ ਪਹਿਲਾਂ ਸਰਕਾਰ ਨੇ ਕੋਸ਼ਿਸ਼ ਨਹੀਂ ਕਰੀ ਕਿ ਆਪਾਂ ਮੁਲਕ ਨੂੰ ਯਾਰ ਨਵੀਆਂ ਉਚਾਈਆਂ ਤੇ ਲੈ ਕੇ ਜਾਵਾਂਗੇ, ਮੁਲਕ 'ਚ ਆਪਾਂ ਤਰੱਕੀ ਕਰਨੀ ਹੈ। ਕੀ ਆਪਾਂ ਤਰੱਕੀ 2014 ਤੋਂ ਬਾਅਦ ਹੀ ਸਟਾਰਟ ਕੀਤੀ ਹੈ? ਨਹੀਂ, ਪਹਿਲਾਂ ਵੀ ਕੀਤੀ ਹੈ। ਕਿਉਂਕਿ ਨੀਤੀ ਆਯੋਗ ਤੋਂ ਪਹਿਲਾਂ ਆਪਣੇ ਦੇਸ਼ 'ਚ ਕੀ ਹੁੰਦਾ ਸੀ? ਪੀਸੀ। ਇੱਥੇ ਪੀਸੀ ਮਤਲਬ ਪ੍ਰਿयंका ਚੋਪੜਾ ਨਹੀਂ ਹੈਗਾ, ਪਲੈਨਿੰਗ ਕਮਿਸ਼ਨ। ਇੱਥੇ ਪੀਸੀ ਮਤਲਬ ਬੱਚੋ ਕੀ ਹੈ? ਪਲੈਨਿੰਗ ਕਮਿਸ਼ਨ। ਸਮਝ ਗਏ? ਪਹਿਲਾਂ ਪਲੈਨਿੰਗ ਕਮਿਸ਼ਨ ਕੰਮ ਕਰਦੀ ਸੀ, ਹੁਣ ਬਸ ਇਹਦੇ ਕੰਮ ਨੀਤੀ ਆਯੋਗ ਕਰਨ ਲੱਗ ਗਿਆ। ਇਹਦਾ ਪ੍ਰਧਾਨ ਭਾਈ ਫਿਰ ਆਪ ਹੀ ਹੁੰਦਾ, ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਕਹਿੰਦਾ ਮੈਂ ਮੁਲਕ ਨੂੰ ਆਪ ਹੀ ਪਲਟ ਦੂੰ, ਟੈਨਸ਼ਨ ਕਿਉਂ ਲੈਂਦੇ ਹੋ, ਸਾਰਾ ਮੁਲਕ ਟਰਾਂਸਫਾਰਮ ਕਰ ਦਿਆਂਗੇ। ਸੋ ਇੱਕ ਹਿਸਾਬ ਨਾਲ ਇਹ ਨਾਮ ਹੀ ਬਦਲਿਆ ਗਿਆ। ਤੇ ਨੀਤੀ ਆਯੋਗ ਇੱਕ ਰਿਪੋਰਟ, ਇੱਕ ਇੰਡੈਕਸ ਜਾਰੀ ਕਰਦਾ ਹੈ। ਇਹ ਪੇਪਰ ਦੇ ਮੁਤਾਬਕ ਬਹੁਤ ਸਿਰੇ ਦਾ ਪੁਆਇੰਟ ਹੈ। ਉਹ ਕੀ ਹੈ? ਲਿਖ ਕੇ ਰੱਖ ਲਓ। ਨੀਤੀ ਆਯੋਗ ਇੱਕ ਰਿਪੋਰਟ ਪਬਲਿਸ਼ ਕਰਦਾ ਬੱਚੋ, ਉਹਦਾ ਨਾਮ ਹੈ ਇੰਡੀਆ ਇਨੋਵੇਸ਼ਨ ਇੰਡੈਕਸ। ਇੰਡੀਆ ਇਨੋਵੇਸ਼ਨ इंडेक्स। इंडिया इनोवेशन इंडेक्स। समझ गए? तो सारे सिरे दे कीमती पॉइंट आपां रखने बाद ਇਹਦੇ ਨਾਲ ਹੀ ਆਪਣਾ ਸੁਪਰ ਡੁਪਰ ਪੋਲਿਟੀ ਦਾ ਇੱਕ ਸੈਸ਼ਨ ਹੋਰ ਹੁੰਦਾ ਸਮਾਪਤ। ਤੇ ਆਪਦੀ ਮਿਹਨਤ ਜਾਰੀ ਰੱਖੋ, ਹਾਰਡ ਵਰਕ ਕਰਦੇ ਰਹੋ, ਕੋਈ ਸ਼ਾਰਟਕਟ ਨਹੀਂ। ਐ ਨਾ ਮੰਨੋ ਵੀ ਪੇਪਰ ਹਲੇ ਮਈ ਜੂਨ ਚ ਹੋਣੇ ਆ, ਪੰਜਾਬ ਪੁਲਿਸ ਦੇ ਜਾਂ ਹੋਰ ਹਲੇ ਨੋਟੀਫਿਕੇਸ਼ਨ ਨਹੀਂ ਆਏ ਕਿ ਪੜ੍ਹ ਲਾਂਗੇ ਪੜ੍ਹ ਲਾਂਗੇ ਪੜ੍ਹ ਲਾਂਗੇ। ਟਾਈਮ ਘਟੂਗਾ। ਚੱਕਦੀ ਪੇਪਰ ਮੈਂ ਕਹਿਣਾ ਦਸੰਬਰ 'ਚ ਹੀ ਕਿਉਂ ਨਾ ਲੈ ਲੈਣ। ਜਿਹੜੇ ਬੰਦੇ ਪੜ੍ਹਨ ਵਾਲੇ ਹੁੰਦੇ ਆ, ਇਹ ਟਾਈਮ ਦੀ ਕੀਮਤ ਉਹਨਾਂ ਨੂੰ ਅੰਦਾਜ਼ਾ ਹੁੰਦਾ। ਜਿਹਨੇ ਕਰਨੇ ਟਾਈਮ ਪਾਸ ਹੈ ਉਹਦੇ ਭਾਜੀ ਭਾਈ ਖੁੱਲ੍ਹਾ ਟਾਈਮ। ਸਮਝ ਗਏ ਮੇਰੀ ਗੱਲ? ਵਧੀਆ ਆਪਦੀ ਮਿਹਨਤ ਜਾਰੀ ਰੱਖੋ। ਜਿੰਨਾ ਜਿੰਨਾ ਡੇਲੀ ਆਪਣੇ ਕੰਟੈਂਟ ਕੋਰਸਾਂ ਤੋਂ ਪੜ੍ਹ ਰਹੇ ਹੋ ਉਹ ਰਿਵੀਜ਼ਨ ਕਰਦੇ ਜਾਇਆ ਕਰੋ। ਥੋੜ੍ਹੀਆਂ ਪ੍ਰੈਕਟਿਸ ਤੋਂ ਨਾਲ ਮਾੜੀ ਮਾੜੀ ਮੋਟੀ ਕਰਵਾਈ ਰਹੇ ਤੇ ਹੋਰ ਨਾਲੇ ਮਾੜੇ ਮੋਟੇ ਕਿਉਂਕਿ ਹੁਣ ਪਰਸੋਂ